बहुत ही प्यारे बच्चों, ਅੱਜ ਆਪਾਂ ਆਧੁਨਿਕ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸੁਖਵਿੰਦਰ ਅੰਮ੍ਰਿਤ ਜੀ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਪੜ੍ਹਾਂਗੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜ਼ਰੂਰ ਕੁਝ ਗੱਲਾਂ ਦੱਸਾਂਗੀ ਜੋ ਹਮੇਸ਼ਾ ਤੁਹਾਡੇ ਕੰਮ ਆਉਣਗੀਆਂ ਅੱਗੇ ਜਾ ਕੇ। ਸੁਖਵਿੰਦਰ ਅੰਮ੍ਰਿਤ ਜੀ ਦਾ ਜਨਮ ਸਦਰਪੁਰਾ ਲੁਧਿਆਣਾ ਵਿਖੇ 11 ਦਸੰਬਰ 1963 ਈਸਵੀ ਨੂੰ ਹੋਇਆ। ਵਿਦਿਅਕ ਯੋਗਤਾ ਪੱਖੋਂ ਉਹਨਾਂ ਨੇ MA ਪੰਜਾਬੀ ਕੀਤੀ ਹੋਈ ਹੈ। ਕੁਝ ਸਮਾਂ ਉਹਨਾਂ ਨੇ ਸਰਕਾਰੀ ਕਾਲਜ ਲੜਕੇ ਲੁਧਿਆਣਾ ਵਿਖੇ ਅਧਿਆਪਨ ਕਾਰਜ ਵੀ ਕੀਤਾ। ਇਸ ਵਕਤ ਸੁਖਵਿੰਦਰ ਅੰਮ੍ਰਿਤ ਪੂਰੀ ਤਰ੍ਹਾਂ ਲਿਖਣ ਕਾਰਜ ਨੂੰ ਸਮਰਪਿਤ ਹੈ। ਉਸਨੇ ਹੁਣ ਤੱਕ ਸੂਰਜ ਦੀ ਦਹਿਲੀਜ਼, ਚਿਰਾਗਾਂ ਦੀ ਡਾਰ, ਕਣੀਆਂ, ਪਤਝੜ ਵਿੱਚ ਪੁੰਗਰ ਦੇ ਪੱਤੇ, ਕੇਸਰ ਦੇ ਛਿੱਟੇ, ਧੁੱਪ ਦੀ ਚੁੰਨੀ, ਹਜ਼ਾਰ ਰੰਗਾਂ ਦੀ ਲਾਟ, ਪੁੰਨਿਆ, ਨੀਲਿਆ ਮੋਰਾਵੇ ਆਦਿ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ, ਅਮਰਤਾ ਪ੍ਰੀਤਮ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਬਾਵਾ ਬਲਵੰਤ ਪੁਰਸਕਾਰ ਆਦਿ ਹਾਸਲ ਹੋਏ ਹਨ। ਸੁਖਵਿੰਦਰ ਅੰਮ੍ਰਿਤ ਦੀਆਂ ਕੁਝ ਕਵਿਤਾਵਾਂ ਵੱਖ-ਵੱਖ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਹਿੱਸਾ ਹਨ। ਸੁਖਵਿੰਦਰ ਅੰਮ੍ਰਿਤ ਆਪਣੀ ਕਵਿਤਾ 'ਚ ਵੱਖ-ਵੱਖ ਸਮਾਜਿਕ ਸਰੋਕਾਰਾਂ ਦਾ ਬਖੂਬੀ ਪ੍ਰਸਤੁਤੀਕਰਨ ਕਰਦੀ ਹੈ। ਭਾਵੇਂ ਉਸ ਦੀ ਕਵਿਤਾ ਦੇ ਵਿਸ਼ੇ ਬਹੁਭਾਂਤੀ ਅਤੇ ਬਹੁਤ ਦਿਸ਼ਾਵੀ ਹਨ, ਪਰ ਫਿਰ ਵੀ ਉਸਨੇ ਨਾਰੀਤਵ ਨੂੰ ਪ੍ਰਮੁੱਖਤਾ ਸਾਹਿਤ ਉਭਾਰਿਆ ਹੈ। ਹਥਲੀ ਪਾਠ ਪੁਸਤਕ 'ਚ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਸ਼ਾਮਿਲ ਕੀਤੀ ਗਈ ਹੈ। ਇਸ ਕਵਿਤਾ ਵਿੱਚ ਕਵਿੱਤਰੀ ਨੇ ਸਾਡੇ ਸਮਾਜ ਔਰਤਾਂ ਦੀ ਤ੍ਰਾਸਦੀ ਨੂੰ ਬਿਆਨ ਕੀਤਾ ਹੈ, ਔਰਤਾਂ ਦੀ ਜੋ ਦੁੱਖ ਵਿਅਥਾ ਨੂੰ ਉਸਨੂੰ ਬਿਆਨ ਕੀਤਾ ਹੈ। ਸੋ ਪ੍ਰਸੰਗ ਕਰਦੇ ਹਾਂ ਬੱਚੋ। ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿੱਤਰੀ ਨੇ ਸਾਡੇ ਸਮਾਜ ਵਿੱਚ ਔਰਤ ਦੀ ਬੇਵਸੀ ਭਰੀ ਤ੍ਰਾਸਦੀ ਨੂੰ ਬਿਆਨ ਕੀਤਾ ਹੈ। ਬਹੁਤ ਸੋਹਣਾ ਲਿਖਦੇ ਨੇ ਬੱਚਿਓ, ਇਹ ਬੜਾ ਸੋਹਣਾ ਲਿਖਦੇ ਨੇ। ਪ੍ਰਸੰਗ ਹਰ ਸਤਰ ਤੇ ਅੱਗੇ ਹੀ ਆਏਗਾ ਬੱਚਿਓ, ਤੇ ਇੱਕ ਸਤਰ ਬਸ ਆਪਾਂ ਵਿਆਖਿਆ ਦੇ ਵਿੱਚੋਂ ਲੈ ਲਵਾਂਗੇ। ਮਾਂ ਨੇ ਝਿੜਕੀ, ਪਿਓ ਨੇ ਝਿੜਕੀ, ਵੀਰ ਮੇਰੇ ਨੇ ਵਰਜੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਉਹ ਕਹਿੰਦੇ ਹਨ ਕਿ ਉਸਨੇ ਆਪਣੀ ਮਨਮਰਜ਼ੀ ਅਨੁਸਾਰ ਕੰਮ ਕਰਨਾ ਚਾਹਿਆ ਤਾਂ ਉਸਨੂੰ ਉਸਦੀ ਮਾਂ ਨੇ ਵੀ ਝਿੜਕਿਆ ਤੇ ਬਾਪ ਨੇ ਵੀ ਝਿੜਕਿਆ। ਵੀਰ ਨੇ ਵੀ ਉਸ ਦੁਆਰਾ ਮਨ ਭਾਉਂਦਾ ਕੰਮ ਕਰਨ ਤੋਂ ਉਸਨੂੰ ਵਰਜਿਆ। ਇੱਧਰ ਕੰਡੇ ਉੱਧਰ ਵਾੜਾਂ, ਵਿੰਨੀਆਂ ਗਈਆਂ ਕੋਮਲ ਨਾੜਾਂ, ਇੱਕ ਇੱਕ ਸਾਹ ਦੀ ਖਾਤਰ ਅੜਿਓ, 100-100 ਵਾਰੀ ਮਰਦੀ, ਮੇਰੀ ਨਹੀਂ ਪੁੱਗਦੀ ਮਨਮਰਜ਼ੀ। ਉਹ ਕਹਿੰਦੇ ਨੇ ਘਰ ਵਿੱਚ ਉਸਦੀ ਮਰਜ਼ੀ ਨਹੀਂ ਚੱਲਦੀ। ਇੱਧਰ ਵੀ ਕੰਡੇ ਹਨ ਅਤੇ ਉੱਧਰ ਵਾੜਾਂ ਹਨ, ਤਿੱਖੀਆਂ ਵਾੜਾਂ ਹੁੰਦੀਆਂ ਨੇ, ਕੰਡੇ ਵੀ ਤਿੱਖੇ ਹੁੰਦੇ ਨੇ। ਉਸਦੀਆਂ ਕੋਮਲ ਨਾੜਾਂ, ਉਸਦੇ ਸੁਪਨੇ ਬਿੰਨੇ ਗਏ ਹਨ, ਜਿਸ ਕਰਕੇ ਉਹ 100-100 ਵਾਰ ਉਸਨੂੰ ਅੰਦਰੋਂ ਅੰਦਰੀ ਮਰਨਾ ਪੈਂਦਾ ਹੈ। ਉਸਦੀ ਮਨਮਰਜ਼ੀ ਨਹੀਂ ਚੱਲਦੀ। ਸਿਰਜਾਂ ਪਾਲਾਂ ਗੋਦ ਸੰਭਾਲਾਂ, ਰਾਤ ਦਿਨੇ ਰਤ ਆਪਣੀ ਬਾਲਾਂ, ਕੁੱਲ ਦੇ ਚਾਨਣ ਖਾਤਰ ਆਪਣੀ, ਖਾਕ 'ਚੋਂ ਦੀਵੇ ਘੜਦੀ, ਮੇਰੀ ਨਹੀਂ ਪੁੱਗਦੀ ਮਨਮਰਜ਼ੀ। ਉਹ ਕਹਿੰਦੇ ਨੇ ਕਿ ਉਹ ਖਾਨਦਾਨ ਦੇ ਚਾਨਣ ਪੈਦਾ ਕਰਨ ਲਈ ਆਪਣੇ ਸਰੀਰ ਦੀ ਮਿੱਟੀ ਵਿੱਚੋਂ ਦੀਵੇ ਘੜਦੀ ਹੈ ਅਤੇ ਉਹਨਾਂ ਵਿੱਚ ਆਪਣੀ ਰਤ ਪਾ ਕੇ ਬਾਲਦੀ ਹੈ। ਇਸ ਦੇ ਬਾਵਜੂਦ ਉਸਦੀ ਮਨਮਰਜ਼ੀ ਨਹੀਂ ਚੱਲਦੀ। ਚਰਖਾ ਕੱਤਾਂ ਸੂਤ ਬਣਾਵਾਂ, ਸੂਹੇ ਸਾਵੇਂ ਰੱਖ ਚੜਾਵਾਂ, ਸਭ ਦੇ ਪਿੰਡੇ ਪਹਿਰਨ ਪਾਵਾਂ, ਆਪ ਰਹਾਂ ਮੈਂ ਠਰਦੀ, ਮੇਰੀ ਨਹੀਂ ਪੁੱਗਦੀ ਮਨਮਰਜ਼ੀ। ਉਹ ਕਹਿੰਦੇ ਨੇ ਵੀ ਚਰਖਾ ਕੱਤਦੀ, ਸੂਤ ਬਣਾਉਂਦੀ ਹੈ, ਇਸ ਸੂਤ ਨੂੰ ਸੂਹੇ ਸਾਵੇ ਰੰਗ ਚੜਾ ਕੇ ਕੱਪੜੇ ਬੁਣਦੀ ਹੈ ਅਤੇ ਸਾਰੇ ਟੱਬਰ ਦੇ ਜੀਆਂ ਨੂੰ ਪਹਿਰਾਵਾ ਪਹਿਨਾਉਂਦੀ ਹੈ, ਢੱਕਦੀ ਹੈ, ਪਰ ਫਿਰ ਵੀ ਨਹੀਂ ਉਹ ਠਰਦੀ ਅੰਦਰੋਂ। ਇੰਨੀ ਕੁਰਬਾਨੀ ਦੇ ਬਾਵਜੂਦ ਉਸਦੇ ਘਰ ਦੇ ਵਿੱਚ ਮਨਮਰਜ਼ੀ ਨਹੀਂ ਚੱਲਦੀ। ਬੂਟੇ ਲਾਵਾਂ ਪਾਣੀ ਪਾਵਾਂ, ਸੇਰੇ ਗੁੰਦਾ ਸੁੱਖ ਮਨਾਵਾਂ, ਜੇ ਕਿਸੇ ਰੁੱਖ 'ਤੇ ਪੀਂਗ ਝੁਟਾਵਾਂ, ਫੇਰ ਨਾ ਦੁਨੀਆ ਜਰਦੀ, ਮੇਰੀ ਨਹੀਂ ਪੁੱਗਦੀ ਮਨਮਰਜ਼ੀ। ਉਹ ਕਹਿੰਦੇ ਨੇ ਮੈਂ ਹੱਥਾਂ ਦੇ ਨਾਲ ਬੂਟੇ ਲਾਉਂਦੀ ਹਾਂ, ਉਸ ਨੂੰ ਪਾਣੀ ਨਾਲ ਪਾਲਦੀ ਹਾਂ, ਸਿਰ ਗੁੰਦ ਕੇ ਉਸ ਨੂੰ ਸਜਾਉਂਦੀ ਹਾਂ, ਸੁੱਖ ਮਨਾਉਂਦੀ ਹਾਂ, ਸੇਰੇ ਬਣਦੀ ਹਾਂ ਆਪਣੇ ਭਰਾਵਾਂ ਦੇ, ਪਰ ਜੇਕਰ ਉਸ ਉੱਪਰ ਪੀਂਗ ਪਾ ਕੇ ਝੂਟੇ ਲਵੇ ਉਹ, ਮਤਲਬ
ਆਪਣੀ ਮਨਮਰਜ਼ੀ ਨਾਲ ਖੁਸ਼ ਹੋਵੇ ਤਾਂ ਵੀ ਦੁਨੀਆ ਨੂੰ ਇਹ ਗੱਲ ਮਨਜ਼ੂਰ ਨਹੀਂ, ਦੁਨੀਆ ਗੱਲਾਂ ਬਣਾਉਂਦੀ ਹੈ, ਤਾਂ ਇਸ ਕਰਕੇ ਉਸ ਦੀ ਮਨਮਰਜ਼ੀ ਨਹੀਂ ਚੱਲਦੀ। ਜੇ ਅੰਬਰ ਦਾ ਗੀਤ ਮੈਂ ਗਾਵਾਂ, ਸ਼ਿਕਰੇ ਰੋਕਣ ਮੇਰੀਆਂ ਰਾਵਾਂ, ਜ਼ਖਮੀ ਹੋਵਾਂ ਤਾਂ ਡਿੱਗ ਜਾਵਾਂ, ਰਹਾਂ ਮੈਂ ਹੌਕੇ ਭਰਦੀ ਮੇਰੀ ਨਹੀਂ ਪੁੱਗਦੀ ਮਨਮਰਜ਼ੀ। ਉਹ ਕਹਿੰਦੇ ਨੇ ਕਿ ਜੇਕਰ ਅਸਮਾਨਾਂ ਦਾ ਗੀਤ ਗਾਉਂਦੀ ਹੋਈ ਉੱਚੀ ਉਡਾਰੀ ਮਾਰਨ ਦਾ ਯਤਨ ਕਰਦੀ ਹਾਂ ਤਾਂ ਮਾਮ ਖੋਰੇ ਸ਼ਿਕਰੇ ਉਸ ਦੀ ਰਾਹ ਰੋਕ ਲੈਂਦੇ ਹਨ। ਸ਼ਿਕਰਾ ਇੱਕ ਸ਼ਿਕਾਰੀ ਪੰਛੀ ਹੁੰਦਾ ਬੱਚੋ। ਉਸ ਦੀ ਜ਼ਖਮੀ ਕੀਤੀ ਹੋਈ ਹਾਲਤ 'ਤੇ ਉਹ ਹੌਕਾ ਭਰਦੀ ਹੈ ਕਿਉਂਕਿ ਉਸ ਦੀ ਮਨਮਰਜ਼ੀ ਨਹੀਂ ਚੱਲਦੀ। ਅੰਮੜੀ ਕਹੇ ਪ੍ਰਾਹੁਣੀ ਆਈ, ਸੱਸੂ ਕਹੇ ਬਿਗਾਨੀ ਜਾਈ, ਸਾਰੀ ਉਮਰ ਪਤਾ ਨਾ ਲੱਗਿਆ ਧੀ ਮੈਂ ਕਿਹੜੇ ਘਰ ਦੀ ਮੇਰੀ ਨਹੀਂ ਪੁੱਗਦੀ ਮਨਮਰਜ਼ੀ। ਵੀ ਉਸਦੀ ਜੋ ਮੰਮੀ ਕਹਿੰਦੇ ਨੇ, ਘਰ ਦੇ ਕਹਿ ਹੀ ਦਿੰਦੇ ਨੇ ਬੱਚੇ ਕੁੜੀਆਂ ਨੂੰ ਵੀ ਪਰਾਇਆ ਧਨ ਹੈ, ਸੱਸ ਕਹਿੰਦੀ ਹੈ ਬਗਾਨੇ ਘਰੋਂ ਆਈ ਹੈ, ਵੀ ਉਹਨੂੰ ਪਤਾ ਨਹੀਂ ਲੱਗਦਾ ਵੀ ਉਸਦਾ ਘਰ ਕਿਹੜਾ ਏ। ਬਗਾਨੀ ਧੀ ਕਹਿੰਦੀ ਹੈ ਜੋ ਸੱਸ ਹੈ, ਪਰਾਇਆ ਧਨ ਮਾਂ ਕਹਿੰਦੀ ਹੈ, ਵੀ ਉਸਦੀ ਮਨਮਰਜ਼ੀ ਕਿਤੇ ਨਹੀਂ ਚੱਲਦੀ। ਉਸਦੀ ਜੋ ਵਿਅਕਤੀਤਵ ਹੈ ਉਸਦਾ ਕਿਤੇ ਵਿਕਾਸ ਨਹੀਂ ਹੋ ਰਿਹਾ, ਉਸਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਹੈ ਕਿੱਥੋਂ ਦੀ ਹੈ। ਗੁੜ ਪੂਣੀ ਦੀ ਲੋੜ ਨਾ ਕੋਈ, ਨਾ ਕੋਈ ਹੁਕਮ ਤੇ ਨਾ ਅਰਜ਼ੋਈ, ਦੱਬਣ ਦੀ ਵੀ ਹੁਣ ਨਹੀਂ ਖੇਚਲ, ਜੰਮਣੋਂ ਪਹਿਲਾਂ ਮਰਦੀ ਮੇਰੀ ਨਹੀਂ ਪੁੱਗਦੀ ਮਨਮਰਜ਼ੀ। ਕਵਿੱਤਰੀ ਕਹਿੰਦੀ ਹੈ ਕਿ ਸਮਾਜ ਵਿੱਚ ਇਸਤਰੀ ਹੁੰਦਿਆਂ ਬੰਧਨਾਂ ਵਿੱਚ ਵਿਚਰਦੀ ਹੋਈ ਉਹ ਨਾ ਕੋਈ ਹੁਕਮ ਕਰ ਸਕਦੀ ਹੈ ਤੇ ਨਾ ਹੀ ਬੇਨਤੀ, ਪਰ ਉਹ ਕਹਿੰਦੀ ਹੈ ਕਿ ਪੁੱਤਰਾਂ ਦੇ ਚਾਹਵਾਨ ਇਸ ਸਮਾਜ ਨੂੰ ਉਸਦੇ ਹੱਥਾਂ ਵਿੱਚ ਗੁੜ ਤੇ ਪੂਣੀ ਦੇ ਕੇ ਦੱਬਣ ਦੀ ਵੀ ਜ਼ਰੂਰਤ ਨਹੀਂ, ਕਿਉਂਕਿ ਉਹ ਤਾਂ ਜਨਮ ਲੈਣ ਤੋਂ ਪਹਿਲਾਂ ਹੀ ਮਰ ਚੁੱਕੀ ਹੈ, ਵੀ ਉਸਨੂੰ ਕੋਈ ਦੱਬਣ ਦੀ ਵੀ ਖੇਚਲ ਨਹੀਂ ਕਰਦਾ। ਸਮਾਜ ਵਿੱਚ ਉਸਦੀ ਮਨਮਰਜ਼ੀ ਨਹੀਂ ਚੱਲਦੀ ਅਤੇ ਕਿਉਂਕਿ ਜਿਉਂਦੇ ਜੀ ਤਾਂ ਉਹਦੇ ਸੁਪਨੇ ਕਿਹਨੇ ਪੂਰੇ ਕਰਨੇ ਆ, ਸਧਰਾਂ ਕਿਹਨੇ ਪੂਰੀਆਂ ਕਰਨੀਆਂ ਨੇ, ਮਰਨ ਤੋਂ ਬਾਅਦ ਵੀ ਖੇਚਲ ਨਹੀਂ ਕੋਈ ਲੰਦਾ, ਪਹਿਲਾਂ ਹੀ ਮਾਰ ਦਿੰਦੇ ਨੇ। ਦੇਖੋ ਬੱਚੋ ਬਹੁਤ ਸੋਹਣਾ ਲਿਖਿਆ, ਕੋਈ ਲਫ਼ਜ਼ ਹੀ ਨਹੀਂ, ਬਹੁਤ ਸੁੰਦਰ ਲਿਖਿਆ ਇਹਨਾਂ ਨੇ। ਝਿੜਕੀ ਕੀ ਹੁੰਦਾ ਡਾਂਟ ਟਪਟ ਜਾਂ ਗੁੱਸੇ 'ਚ ਘੂਰੀ ਵੱਟਣੀ, ਵਿੰਨੀਆਂ ਖੋਬੀਆਂ ਚੋਬੀਆਂ ਪੁੱਗਦੀ ਗੱਲ ਮੰਨੀ ਜਾਣੀ, ਪਹਿਰਨ ਪਹਿਰਾਵਾ ਸ਼ਿਕਰੇ ਪੰਛੀ ਦੀ ਕਿਸਮ, ਸੱਸੂ ਸੱਸ ਅਰਜ਼ੋਈ ਬੇਨਤੀ ਜਾਂ ਅਰਦਾਸ, ਖੇਚਲ ਕੋਸ਼ਿਸ਼। ਬਹੁਤ ਸੋਹਣਾ ਲਿਖਿਆ ਬੱਚੋ। ਹੁਣ ਆਪਾਂ ਕੇਂਦਰੀ ਭਾਵ ਕਰਦੇ ਹਾਂ। ਮੇਰੀ ਨਹੀਂ ਪੁੱਗਦੀ ਕਵਿਤਾ ਸੁਖਵਿੰਦਰ ਅੰਮ੍ਰਿਤ ਜੀ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿੱਚ ਕਵਿੱਤਰੀ ਨੇ ਸਾਡੇ ਵਰਤਮਾਨ ਸਮਾਜ ਵਿੱਚ ਔਰਤ ਦੀ ਬੇਵਸੀ ਭਰੀ ਤਰਾਸਦਿਕ ਸਥਿਤੀ ਦਾ ਉਲੇਖ ਕੀਤਾ ਹੈ। ਇਸ ਕਵਿਤਾ ਵਿੱਚ ਕਵਿੱਤਰੀ ਸਾਡੇ ਬੰਧਨਾਂ ਭਰੇ ਸਮਾਜ ਵਿੱਚ ਵਿਚਰਦੀ ਇਸਤਰੀ ਦੀ ਆਵਾਜ਼ ਬਣ ਜਾਂਦੀ ਹੈ। ਉਹ ਕਹਿੰਦੀ ਹੈ ਕਿ ਉਸਨੂੰ ਮਾਂ ਵੱਲੋਂ ਝਿੜਕਾਂ ਪੈਂਦੀਆਂ ਹਨ, ਪਿਓ ਵੱਲੋਂ ਵੀ, ਵੀਰ ਵੀ ਉਸਨੂੰ ਵਰਜ ਕੇ ਰੱਖਦਾ ਹੈ ਅਤੇ ਸਾਰੇ ਘਰ ਵਿੱਚ ਉਸਦੀ ਮਨਮਰਜ਼ੀ ਨਹੀਂ ਚੱਲਦੀ। ਉਹ ਤਾਂ ਆਪਣੇ ਆਪ ਨੂੰ ਇੱਧਰ ਉੱਧਰ ਕੰਡਿਆਂ ਦੀਆਂ ਵਾੜਾਂ ਵਿੱਚ ਘਿਰੀ ਅਨੁਭਵ ਕਰਦੀ ਹੈ, ਜਿਸ ਵਿੱਚ ਉਸਦੀਆਂ ਨਾੜਾਂ ਬੁਰੀ ਤਰ੍ਹਾਂ ਵਿੰਨੀਆਂ ਹੋਈਆਂ ਹਨ। ਉਸ ਨੂੰ ਇੱਕ ਇੱਕ ਸਾਹ ਲੈਣਾ ਵੀ 100 ਵਾਰੀ ਮਰਨਾ ਜਾਪਦਾ ਹੈ। ਉਹ ਬੱਚਿਆਂ ਨੂੰ ਜੰਮਦੀ, ਪਾਲਦੀ ਅਤੇ ਸੰਭਾਲਦੀ ਹੋਈ ਦਿਨ ਰਾਤ ਆਪਣਾ ਖੂਨ ਬਾਲਦੀ ਹੈ। ਖਾਨਦਾਨ ਦੇ ਚਾਨਣ ਪੈਦਾ ਕਰਨ ਲਈ ਉਹ ਆਪਣੀ ਮਿੱਟੀ ਵਿੱਚੋਂ ਦੀਵੇ ਘੜਦੀ ਹੈ। ਉਹ ਚਰਖਾ ਕੱਤ ਕੇ ਸੂਤ ਬਣਾਉਂਦੀ ਹੈ, ਰੰਗਦੀ ਹੈ ਅਤੇ ਸਾਰੇ ਟੱਬਰ ਲਈ ਪਹਿਰਾਵਾ ਤਿਆਰ ਕਰਦੀ ਹੈ ਅਤੇ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਕਿ ਉਸ ਕੋਲ ਠੰਡ ਤੋਂ ਬਚਣ ਲਈ ਵੀ ਕੱਪੜਾ ਹੈ ਜਾਂ ਨਹੀਂ। ਇਸ ਦੇ ਬਾਵਜੂਦ ਸਮਾਜ ਵਿੱਚ ਉਸ ਦੀ ਮਨਮਰਜ਼ੀ ਨਹੀਂ ਚੱਲਦੀ। ਉਹ ਆਪਣੇ ਹੱਥੀਂ ਬੂਟੇ ਲਾ ਕੇ ਪਾਣੀ ਦਿੰਦੀ ਹੈ, ਉਹਨਾਂ ਨੂੰ ਪਾਲਦੀ ਹੈ, ਉਹ ਉਹਨਾਂ ਲਈ ਸਿਹਰੇ ਗੁੰਦਦੀ ਅਤੇ ਉਹਨਾਂ ਦੀ ਸੁੱਖ ਮਨਾਉਂਦੀ ਹੈ। ਪਰ ਜੇਕਰ ਉਹ ਕਿਸੇ ਰੁੱਖ ਉੱਤੇ ਪੀਂਘ ਪਾ ਲਵੇ ਝੂਟੇ ਲੈਣ ਵਾਸਤੇ ਤਾਂ ਇਹ ਵੀ ਕਿਸੇ ਨੂੰ ਮਨਜ਼ੂਰ ਨਹੀਂ ਹੁੰਦਾ। ਜੇਕਰ ਉਹ ਗੀਤ ਗਾਉਂਦੀ ਹੋਈ ਅਸਮਾਨਾਂ 'ਤੇ ਉੱਚੀ ਉਡਾਰੀ ਮਾਰਦੀ ਹੈ ਤਾਂ ਸ਼ਿਕਰੇ ਉਸ ਦੇ ਸ਼ਿਕਾਰ ਲਈ ਉਸ ਉੱਪਰ ਹਮਲਾ ਕਰ ਦਿੰਦੇ ਹਨ। ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਪੈਂਦੀ ਹੈ ਅਤੇ ਹੌਂਕੇ ਭਰਦੀ ਹੈ। ਉਸ ਦੀ ਕੋਈ ਨਹੀਂ ਸੁਣਦਾ। ਮਾਪਿਆਂ ਦੇ ਘਰ ਵਿੱਚ ਉਸ ਦੀ ਮਾਂ ਉਸ ਨੂੰ ਪ੍ਰਾਹੁਣੀ ਆਈ ਕਹਿੰਦੀ ਹੈ ਅਤੇ ਸਹੁਰਿਆਂ ਦੇ ਘਰ ਵਿੱਚ ਸੱਸੂ ਮਤਲਬ ਸੱਸ ਬੇਗਾਨੀ ਧੀ ਕਹਿੰਦੀ ਹੈ। ਇਸ ਤਰ੍ਹਾਂ ਉਸ ਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਉਹ ਧੀ ਕਿਹੜੇ ਘਰ ਦੀ ਹੈ। ਅਜਿਹੀ ਹਾਲਤ ਵਿੱਚ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹ ਤਾਂ ਜੰਮਣ ਤੋਂ ਪਹਿਲਾਂ ਹੀ ਮਰ ਚੁੱਕੀ ਸੀ ਅਤੇ ਪੁੱਤਰਾਂ ਦੇ ਚਾਹਵਾਨ ਇਸ ਸਮਾਜ ਨੂੰ ਉਸ ਦੇ ਹੱਥਾਂ ਵਿੱਚ ਗੁੜ ਤੇ ਪੂਣੀ ਦੇ ਕੇ ਦੱਬਣ ਦੀ ਵੀ ਜ਼ਰੂਰਤ ਨਹੀਂ। ਇਸ ਪ੍ਰਕਾਰ ਇਸ ਸਮਾਜ ਵਿੱਚ ਉਸ ਦਾ ਜਿਉਣਾ ਕਿਸੇ ਅਰਥ ਨਹੀਂ ਰਹਿ ਜਾਂਦਾ ਅਤੇ ਕੁੜੀਆਂ ਨਾਲ ਇਸ ਤਰ੍ਹਾਂ ਦੀ ਤਰਾਸਦੀ ਹੁੰਦੀ ਹੈ। ਖੂਬ ਸੁਖਵਿੰਦਰ ਅੰਮ੍ਰਿਤ ਜੀ ਨੇ ਸਾਨੂੰ ਦੱਸਿਆ।
ਮੇਰੀ ਨਹੀਂ ਪੁੱਗਦੀ ਕਵਿਤਾ ਕਿਹਨਾਂ ਨੇ ਲਿਖੀ ਹੈ? ਸੁਖਵਿੰਦਰ ਅੰਮ੍ਰਿਤ ਜੀ ਨੇ। ਸਾਡੇ ਸਮਾਜ ਵਿੱਚ ਕਿਸ ਦੀ ਮਨਮਰਜ਼ੀ ਨਹੀਂ ਪੁੱਗਦੀ? ਇਸਤਰੀ ਦੀ। ਕਵਿਤਾ ਵਿੱਚ ਧੀ ਨੂੰ ਕੌਣ ਕੌਣ ਝਿੜਕਦੇ ਹਨ? ਮਾਂ ਪਿਓ, ਭਰਾ। ਇਸਤਰੀ ਕਿਹਨਾਂ ਨੂੰ ਸਿਰਜਦੀ ਪਾਲਦੀ ਹੈ? ਬੱਚਿਆਂ ਨੂੰ। ਚਰਖਾ ਕੱਤ ਕੇ ਪਹਿਰਨ ਕੌਣ ਤਿਆਰ ਕਰਦੀ ਹੈ? ਇਸਤਰੀ। ਕਵਿਤਾ ਵਿੱਚ ਧੀ ਦੁਆਰਾ ਅੰਬਰ ਦਾ ਗੀਤ ਗਾਉਣ 'ਤੇ ਕੀ ਹੁੰਦਾ ਹੈ? ਉਸ ਨੂੰ ਸ਼ਿਕਰੇ ਪੈ ਜਾਂਦੇ ਹਨ। ਕਵਿਤਾ ਵਿੱਚ ਅੰਮੜੀ ਧੀ ਬਾਰੇ ਕੀ ਕਹਿੰਦੀ ਹੈ? ਵੀ ਪ੍ਰਾਹੁਣੀ ਆਈ ਹੈ। ਸੱਸ ਬਾਰੇ ਬੇਗਾਨੀ ਧੀ। ਗੁੜ ਤੇ ਪੂਣੀ ਕਿਸ ਦੇ ਹੱਥਾਂ ਵਿੱਚ ਨਹੀਂ ਦਿੱਤੇ ਜਾਂਦੇ? ਜਿਹੜੀ ਕੁੜੀ ਜੰਮਦੀ ਮਾਰ ਦਿੱਤੀ ਜਾਵੇ। ਇਸਤਰੀ ਆਪਣੇ ਆਪ ਨੂੰ ਜਨਮ ਤੋਂ ਪਹਿਲਾਂ ਮਰੀ ਹੋਈ ਮਹਿਸੂਸ ਕਿਵੇਂ ਕਰਦੀ ਹੈ? ਵੀ ਸਮਾਜ ਦੀ ਨਫ਼ਰਤ ਤੇ ਬੰਧਨਾਂ ਕਰਕੇ। ਕਵਿੱਤਰੀ ਦੀ ਕਿਹੜੀ ਗੱਲ ਨਹੀਂ ਪੁੱਗਦੀ? ਮਨਮਰਜ਼ੀ। ਬੱਚਿਓ, ਧੀਆਂ ਦਾ ਸਤਿਕਾਰ ਕਰੋ। ਆਪਣੇ ਗੁਰੂ ਸਾਹਿਬਾਨ ਵੀ ਕਹਿ ਕੇ ਗਏ ਨੇ ਵੀ ਪਰਮਾਤਮਾ ਤੋਂ ਬਾਅਦ ਆਪਣੇ ਗੁਰੂ ਸਾਹਿਬਾਨ ਵੀ ਕਹਿ ਕੇ ਗਏ ਹਨ ਕਿ ਪਰਮਾਤਮਾ ਤੋਂ ਬਾਅਦ ਜੇ ਕਿਸੇ ਦਾ ਅਹੁਦਾ ਹੈ ਤਾਂ ਉਹ ਬੱਚਿਓ ਔਰਤ ਦਾ ਹੈ। ਇਸ ਕਰਕੇ ਆਪਾਂ ਨੂੰ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪੁੱਤਰਾਂ ਦੇ ਵਾਂਗ ਹੀ ਪਿਆਰ ਇਸ ਨੂੰ ਕਰਨਾ ਚਾਹੀਦਾ ਹੈ। ਧੰਨਵਾਦ ਬੱਚਿਓ।